ਕੁਝ ਵਿਚਾਰ ਜਿਹੜੇ ਨੇ ਨਾ ਸਾਡਾ ਪਿੱਛਾ ਕਰਦੇ ਨੇ, ਔਰ ਖਾਸ ਕਰਕੇ ਉਹ ਵਿਚਾਰ ਜਿਹੜੇ ਜੁੜੇ ਨੇ ਦੁੱਖ ਨਾਲ, ਪੀੜਾ ਨਾਲ। ਕੁਝ ਐਸੀਆਂ ਘਟਨਾਵਾਂ ਜਿਨ੍ਹਾਂ 'ਚ ਤੁਹਾਨੂੰ ਬਹੁਤ ਜ਼ਿਆਦਾ ਅਪਮਾਨ ਮਹਿਸੂਸ ਕਰਨਾ ਪਿਆ, ਕੁਝ ਐਸੀਆਂ ਘਟਨਾਵਾਂ ਜਿੱਥੇ ਤੁਹਾਡਾ ਬਹੁਤ ਵੱਡਾ ਨੁਕਸਾਨ ਹੋਇਆ, ਕੁਝ ਐਸੀਆਂ ਗੱਲਾਂ ਜਿਹੜੀਆਂ ਗੱਲਾਂ ਤੁਹਾਨੂੰ ਕਿਸੇ ਨੇ ਕਹੀਆਂ ਨੇ, ਤੁਸੀਂ ਭੁਲਾ ਨਹੀਂ ਪਾ ਰਹੇ, ਉਹ ਵਿਚਾਰ ਤੁਹਾਡਾ ਪਿੱਛਾ ਕਰਦੇ ਨੇ। ਫਿਰ ਵਾਰ-ਵਾਰ ਤੁਹਾਡੇ ਅੰਦਰ ਘੁੰਮਦੇ ਰਹਿੰਦੇ, ਵਾਰ-ਵਾਰ ਤੁਹਾਡੇ ਦਿਮਾਗ 'ਚ ਚੱਲਦੇ ਰਹਿੰਦੇ ਨੇ। ਵਿਚਾਰਵਾਨ ਸੱਜਣਾਂ ਦਾ ਇਹ ਕਹਿਣਾ ਹੈ ਕਿ ਉਹ ਲੋਕ ਜ਼ਿਆਦਾ ਸੁਖਾਲੇ ਨੇ ਜਿਨ੍ਹਾਂ ਦੀ ਯਾਦ ਸ਼ਕਤੀ ਕਮਜ਼ੋਰ ਹੈ। ਇੱਕ ਤੇ ਯਾਦ ਸ਼ਕਤੀ ਦਾ ਕਮਜ਼ੋਰ ਹੋਣਾ ਕਿ ਤੁਹਾਨੂੰ ਕੰਮ ਦੀਆਂ ਚੀਜ਼ਾਂ ਯਾਦ ਨਹੀਂ ਰਹਿੰਦੀਆਂ, ਆਫਿਸ ਵਰਕ ਜ਼ਿਆਦਾ ਹੈ, ਵਰਕਲੋਡ ਜ਼ਿਆਦਾ ਹੈ, ਤੋ ਉੱਥੇ ਤੁਸੀਂ ਕੁਝ ਚੀਜ਼ਾਂ ਭੁੱਲ ਜਾਂਦੇ ਹੋ। ਕਈ ਵਾਰੀ ਆਪਾਂ ਆਮ ਤੌਰ ਤੇ ਗੱਲ ਕਹਿੰਦੇ ਵੀ ਆ ਕਿ ਮੈਂ ਭੁੱਲ ਗਿਆ, ਮੈਨੂੰ ਧਿਆਨ ਨਹੀਂ ਰਿਹਾ। ਉਹ ਯਾਦ ਸ਼ਕਤੀ ਦਾ ਘੱਟ ਹੋਣਾ ਚੰਗੀ ਗੱਲ ਨਹੀਂ ਹੈ, ਪਰ ਜਿੱਧਰ ਇਸ਼ਾਰਾ ਵਿਚਾਰਵਾਨ ਸੱਜਣ ਕਰਦੇ ਨੇ ਕਿ ਯਾਦ ਸ਼ਕਤੀ ਦਾ ਕਮਜ਼ੋਰ ਹੋਣਾ ਭਲੀ ਗੱਲ ਹੈ, ਉਹ ਇਹ ਹੈ ਕਿ ਜਿਹੜੀਆਂ ਦੁੱਖ ਨਾਲ ਜੁੜੀਆਂ ਹੋਈਆਂ ਘਟਨਾਵਾਂ ਨੇ ਔਰ ਉਹ ਵਿਚਾਰ ਜਿਹੜੇ ਵਾਰ-ਵਾਰ ਤੁਹਾਨੂੰ ਪਰੇਸ਼ਾਨ ਕਰਦੇ ਨੇ, ਉਹਨਾਂ ਨੂੰ ਭੁੱਲ ਜਾਣਾ, ਉਹਨਾਂ ਨੂੰ ਵਿਸਾਰ ਦੇਣਾ, ਉਹ ਭਲੇ ਦਾ ਸੌਦਾ ਹੈ। ਪਰ ਸਾਡੀ ਆਦਤ ਹੈ, ਸਾਡਾ ਮਨ ਉਹਨਾਂ ਚੀਜ਼ਾਂ ਨੂੰ ਜ਼ਿਆਦਾ ਪਕੜਦਾ ਹੈ। ਮੰਨ ਲਓ ਅੱਜ ਤੋਂ 3 ਸਾਲ ਪਹਿਲਾਂ ਕਿਸੇ ਬੰਦੇ ਨੇ ਤੁਹਾਨੂੰ ਬੁਰੇ ਬੋਲ ਬੋਲੇ, ਅੱਜ ਤੋਂ 3 ਸਾਲ ਪਹਿਲਾਂ ਜਿੰਨੀ ਪੀੜਾ ਹੋਈ ਸੀ ਨਾ, ਉਨੀ ਪੀੜਾ ਅੱਜ ਹੋਏਗੀ ਜੇਕਰ ਤੁਸੀਂ ਉਹਨਾਂ ਨੂੰ ਅੱਜ ਯਾਦ ਕਰਦੇ ਹੋ। ਇਹ ਨਹੀਂ ਵੀ ਉਦੋਂ ਜ਼ਿਆਦਾ ਹੋਈ ਸੀ ਤੇ ਹੁਣ ਘੱਟ ਹੋਏਗੀ। ਵੈਸੀ ਪੀੜਾ, ਵੈਸਾ ਦਰਦ ਤੁਸੀਂ ਮਹਿਸੂਸ ਕਰੋਗੇ। ਪਰ ਜਿਹੜੀ ਘਟਨਾ ਨੇ ਸਾਨੂੰ ਦੁਖੀ ਕਰਨਾ ਹੈ ਔਰ ਜਾ ਚੁੱਕੀ ਹੈ, ਉਹਨੂੰ ਵਾਰ-ਵਾਰ ਯਾਦ ਕਰਨ ਦਾ ਕੀ ਅਰਥ ਹੈ? ਪਰ ਅਸੀਂ ਐਸੀਆਂ ਦੁਖਦ ਘਟਨਾਵਾਂ ਭੁੱਲਦੇ ਨਹੀਂ, ਯਾਦ ਰੱਖਦੇ ਹਾਂ, ਸੰਭਾਲ ਕੇ ਰੱਖਦੇ ਹਾਂ। ਦੇਖੋ ਨਾ, ਆਪਾਂ ਘਰਾਂ 'ਚ ਸੇਫ ਰੱਖੇ ਹੋਏ ਨੇ, ਤਿਜੋਰੀਆਂ ਰੱਖੀਆਂ ਹੋਈਆਂ, ਕਿ ਆਪਾਂ ਉਹਨਾਂ 'ਚ ਕੂੜਾ ਕਰਕਟ ਸੰਭਾਲ ਕੇ ਰੱਖਦੇ ਹਾਂ, ਕੋਲੇ ਸੰਭਾਲ ਕੇ ਰੱਖਦੇ ਹਾਂ। ਅਸੀਂ ਸੰਭਾਲਣ ਵਾਲੀਆਂ ਚੀਜ਼ਾਂ ਸੰਭਾਲਦੇ ਹਾਂ ਉਹਨਾਂ 'ਚ। ਪਰ ਬੜੀ ਦੁੱਖ ਵਾਲੀ ਗੱਲ ਹੈ ਕਿ ਅਸੀਂ ਦਿਮਾਗ ਦੇ ਅੰਦਰ ਕੂੜਾ ਕਰਕਟ ਸੰਭਾਲਦੇ ਹਾਂ ਜੋ ਦੁੱਖ ਨਾਲ ਜੁੜਿਆ ਹੋਇਆ ਹੈ, ਨੁਕਸਾਨ ਨਾਲ ਜੁੜਿਆ ਹੋਇਆ ਹੈ, ਅਪਮਾਨ ਨਾਲ ਜੁੜਿਆ ਹੋਇਆ ਹੈ। ਉਹਨਾਂ ਘਟਨਾਵਾਂ ਨੂੰ ਕਿਸੇ ਨੇ ਸਾਡੇ ਨਾਲ ਧੋਖਾ ਕੀਤਾ, ਕਿਸੇ ਨੇ ਸਾਡੇ ਨਾਲ ਵਲ ਛਲ ਕੀਤਾ, ਕਪਟ ਕੀਤਾ, ਅੱਜ ਤੋਂ 3 ਸਾਲ 5 ਸਾਲ ਪਹਿਲਾਂ, ਉਹ ਵੀ ਯਾਦ ਨੇ। ਭੁਲਾ ਦੇਣਾ ਚੰਗੀ ਗੱਲ ਹੈ, ਭੁੱਲ ਜਾਣਾ ਚੰਗੀ ਗੱਲ ਹੈ। ਇਸ ਪੱਖ ਤੋਂ ਯਾਦਾਸ਼ਤ ਦਾ ਕਮਜ਼ੋਰ ਹੋਣਾ ਚੰਗੀ ਗੱਲ ਹੈ, ਭੁੱਲ ਜਾਓ। ਇਸਲਾਮ ਦੇ ਅੰਦਰ, ਇਸਲਾਮੀ ਜਗਤ ਦੇ ਅੰਦਰ ਇੱਕ ਕਹਾਣੀ, ਇੱਕ ਘਟਨਾ ਹੈ, ਮਿੱਥ ਹੈ, ਪਰ ਹੈ ਬੜੀ ਬਾਕਮਾਲ। ਕਹਿੰਦੇ ਕਿ ਜਦੋਂ ਜੀਵ ਸੰਸਾਰ ਵਿੱਚ ਆਉਂਦਾ ਹੈ ਨਾ, ਤੇ ਕੁਝ ਸਮਾਂ ਪਹਿਲਾਂ ਫਰਿਸ਼ਤੇ ਉਹਦੇ ਮੱਥੇ ਤੇ ਹੱਥ ਰੱਖਦੇ ਨੇ। ਫਰਿਸ਼ਤੇ ਹੁੰਦੇ ਨੇ, ਉਹਦੇ ਮੱਥੇ ਤੇ ਹੱਥ ਰੱਖਦੇ ਨੇ, ਔਰ ਜੋ ਵੀ ਪਹਿਲਾ ਹੈ ਸਭ ਉਹਨੂੰ ਮਿਟਾ ਦਿੰਦੇ ਨੇ। ਕਹਾਣੀ ਦੇ ਮੁਤਾਬਕ ਜੋ ਵੀ ਪਹਿਲਾਂ ਉਹਨਾਂ ਦਾ ਨਾਮ ਸੀ, ਪਹਿਲਾਂ ਉਹਨਾਂ ਦੇ ਸੰਬੰਧ ਸੀ, ਪਹਿਲਾਂ ਉਹਨਾਂ ਦੇ ਰਿਸ਼ਤੇ ਸੀ,
ਪਹਿਲੇ ਸਾਰੇ ਜਨਮ ਉਸ ਕਹਾਣੀ ਦੇ ਮੁਤਾਬਕ ਉਹ ਜੈਸੇ ਹੀ ਹੱਥ ਰੱਖਦੇ ਨੇ ਉਹ ਸਾਰਾ ਕੁਝ ਡਿਲੀਟ ਹੋ ਜਾਂਦਾ ਹੈ। ਔਰ ਚੰਗੀ ਗੱਲ ਹੈ, ਮੰਨ ਲਓ ਜੇਕਰ ਇਹ ਵੀ ਸਾਡੇ ਤੇ ਮਾਲਕ ਦਾ ਤਰਸ ਹੀ ਹੈ ਕਿ ਸਾਨੂੰ ਯਾਦ ਨਹੀਂ ਰਹਿੰਦਾ ਪਿਛਲੇ ਹਫ਼ਤੇ ਆਪਾਂ ਕੀ ਖਾਧਾ ਸੀ, ਕੀ ਪਹਿਰਿਆ ਸੀ, ਪਿਛਲੇ ਮਹੀਨੇ ਭੁੱਲ ਜਾਂਦੇ ਆਪਾਂ। ਤੇ ਜੇਕਰ ਯਾਦ ਰਹਿਣਾ ਸ਼ੁਰੂ ਹੋ ਜਾਏ ਤੇ ਫਿਰ ਤੇ ਆਪਾਂ ਸੋਚ ਸਕਦੇ ਹਾਂ ਵੀ ਸਾਡੇ ਦਿਮਾਗ ਦਾ ਕੀ ਹਾਲ ਹੋਵੇ, ਫਟ ਜਾਏ। ਤੇ ਜੇਕਰ ਉਸ ਤੋਂ ਪਹਿਲਾ ਜਨਮ, ਉਸ ਤੋਂ ਪਹਿਲਾ ਜਨਮ, ਉਸ ਤੋਂ ਪਹਿਲਾ ਜਨਮ, ਪਹਿਲਾ ਮਾਂ ਪਿਓ, ਉਸ ਤੋਂ ਪਹਿਲਾ ਮਾਂ ਪਿਓ, ਉਸ ਤੋਂ ਪਹਿਲਾ ਮਾਂ ਪਿਓ, ਉਸ ਤੋਂ ਪਹਿਲਾਂ ਬੱਚੇ, ਉਸ ਤੋਂ ਪਹਿਲਾਂ ਬੱਚੇ, ਉਸ ਤੋਂ ਪਹਿਲਾਂ ਪਤਨੀ, ਉਸ ਤੋਂ ਪਹਿਲਾਂ ਪਤੀ, ਸਾਰਾ ਕੁਝ ਹੀ ਸਾਨੂੰ ਨਾਲ ਯਾਦ ਚੱਲੀ ਜਾਏ ਤੇ ਕੀ ਹਾਲ ਬਣੇ। ਭੁੱਲ ਜਾਣਾ ਚੰਗੀ ਗੱਲ ਹੈ, ਪਰ ਭੁੱਲਣਾ ਕੀ ਹੈ ਜੋ ਤੁਹਾਨੂੰ ਦੁੱਖ ਦਿੰਦਾ ਹੈ, ਪੀੜਾ ਦਿੰਦਾ ਹੈ। ਯਾਦ ਰੱਖੋ ਉਹ ਸਮੇਂ ਨੂੰ, ਯਾਦ ਰੱਖੋ ਜੋ ਅੱਜ ਤੋਂ 2 ਸਾਲ ਪਹਿਲਾਂ, 2 ਮਹੀਨੇ, 5 ਮਹੀਨੇ ਪਹਿਲਾਂ ਜਾਂ 5 ਸਾਲ ਪਹਿਲਾਂ ਜਿਹਨੇ ਤੁਹਾਡੇ ਜੀਵਨ ਨੂੰ ਖੁਸ਼ੀਆਂ ਨਾਲ ਭਰਿਆ ਸੀ। ਉਹਨੂੰ ਯਾਦ ਕਰੋ, ਅੱਜ ਵੀ ਤੁਹਾਡੇ ਚਿਹਰੇ ਤੇ ਮੁਸਕਰਾਹਟ ਆ ਜਾਏਗੀ। ਉਹ ਪਲਾਂ ਨੂੰ ਯਾਦ ਕਰੋ ਜਦੋਂ ਤੁਹਾਡੇ ਨਾਲ ਕਿਸੇ ਨੇ ਵਫਾ ਕੀਤੀ। ਉਹ ਪਲਾਂ ਨੂੰ ਯਾਦ ਕਰੋ ਜਦੋਂ ਤੁਹਾਡਾ ਕਿਸੇ ਨੇ ਭਲਾ ਕੀਤਾ। ਉਹ ਪਲਾਂ ਨੂੰ ਯਾਦ ਰੱਖੋ ਜਦੋਂ ਤੁਹਾਡੇ ਨਾਲ ਕੋਈ ਪ੍ਰੇਮ ਨਾਲ ਵਰਤਿਆ। ਉਹਨਾਂ ਪਲਾਂ ਨੂੰ ਯਾਦ ਕਰਨਾ ਫਾਇਦੇ ਦਾ ਸੌਦਾ ਹੈ, ਪਰ ਉਹਨਾਂ ਨੂੰ ਯਾਦ ਕਰਨਾ ਜਿੱਥੇ ਤੁਹਾਡੇ ਨਾਲ ਚੰਗਾ ਵਰਤਾਰਾ ਨਹੀਂ ਕੀਤਾ ਗਿਆ, ਚੰਗਾ ਵਿਵਹਾਰ ਨਹੀਂ ਕੀਤਾ ਗਿਆ, ਜਿੱਥੇ ਤੁਹਾਡਾ ਬੁਰਾ ਕੀਤਾ ਗਿਆ, ਜਿੱਥੇ ਤੁਹਾਨੂੰ ਅਪਮਾਨਿਤ ਕੀਤਾ ਗਿਆ, ਜਿੱਥੇ ਤੁਹਾਨੂੰ ਬੇਇੱਜ਼ਤ ਕੀਤਾ ਗਿਆ, ਉਹਨਾਂ ਨੂੰ ਜੇਕਰ ਯਾਦ ਕਰਾਂਗੇ ਤਾਂ ਸੁਭਾਵਿਕ ਹੈ ਨਾ ਦੁਖੀ ਅੱਜ ਵੀ ਹੋਵਾਂਗੇ। ਗੁਰੂ ਅਰਜਨ ਮਹਾਰਾਜ ਜੀ ਦਾ ਇੱਕ ਪਵਿੱਤਰ ਬਚਨ ਹੈ। ਪਾਤਸ਼ਾਹ ਕਹਿੰਦੇ, ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਇ ਪਾਈ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਣਿਆ। ਗੁਰੂ ਸਾਹਿਬ ਕਹਿੰਦੇ ਬਿਸਰ ਗਈ। ਬਿਸਰ ਗਈ ਦਾ ਅਰਥ ਹੁੰਦਾ ਜੀ ਭੁੱਲ ਗਈ, ਮੈਂ ਭੁੱਲ ਗਿਆ। ਆਪਾਂ ਕਈ ਵਾਰੀ ਸ਼ਬਦ ਵਰਤਦੇ ਹਾਂ ਕਿ ਮੈਨੂੰ ਵਿਸਰ ਗਿਆ ਜੀ ਉਹ ਕੰਮ ਜੋ ਤੁਸੀਂ ਕਹਿ ਕੇ ਗਏ ਸੀ, ਮੈਨੂੰ ਧਿਆਨ ਨਹੀਂ ਰਿਹਾ, ਮੈਂ ਵਿਸਰ ਗਿਆ, ਭੁੱਲ ਗਿਆ, ਵਿਸਰ ਗਿਆ ਇੱਕੋ ਹੀ ਹੁੰਦਾ ਹੈ। ਬਿਸਰ ਗਈ, ਗੁਰੂ ਸਾਹਿਬ ਕਹਿੰਦੇ ਮੈਂ ਭੁੱਲ ਗਿਆ, ਮੈਨੂੰ ਹੁਣ ਯਾਦ ਨਹੀਂ ਹੈਗਾ, ਮੈਨੂੰ ਹੁਣ ਚੇਤਾ ਨਹੀਂ ਹੈਗਾ। ਨਾ ਕੋ ਬੈਰੀ, ਉਹ ਬੰਦੇ ਜਿਨ੍ਹਾਂ ਨੇ ਮੇਰੇ ਨਾਲ ਵੈਰ ਬਣਾਇਆ ਸੀ, ਜਿਹੜੇ ਮੈਨੂੰ ਆਪਣਾ ਵੈਰੀ ਸਮਝਦੇ ਸੀ, ਮੈਂ ਉਹਨਾਂ ਨੂੰ ਆਪਣਾ ਵੈਰੀ ਨਹੀਂ ਮੰਨਦਾ। ਮੈਂ ਭੁੱਲ ਗਿਆ ਉਹਨਾਂ ਨੇ ਜੋ ਮੇਰੇ ਨਾਲ ਕੀਤਾ, ਜੋ ਮੇਰੇ ਨਾਲ ਮਾੜਾ ਵਿਵਹਾਰ ਹੋਇਆ, ਜੋ ਮੇਰੇ ਨਾਲ ਉਹਨਾਂ ਨੇ ਮਾੜਾ ਕੀਤਾ, ਬੁਰਾ ਕੀਤਾ, ਭੁੱਲ ਗਿਆ, ਵਿਸਾਰ ਦਿੱਤਾ ਮੈਂ। ਔਰ ਗੁਰਮੁਖੋ ਕੁਝ ਸੱਜਣ ਐਸੇ ਹੁੰਦੇ ਨੇ ਜਿਹੜੇ ਅੱਜ ਤੁਸੀਂ ਉਹਨਾਂ ਨਾਲ ਮਾੜਾ ਵਿਵਹਾਰ ਕੀਤਾ, ਥੋੜੀ ਉਹਨਾਂ ਨੂੰ ਤਕਲੀਫ ਹੁੰਦੀ ਹੈ, ਪਰ ਕੱਲ ਉਹ ਤੁਹਾਨੂੰ ਬਿਲਕੁਲ ਪਹਿਲਾਂ ਜੈਸੇ ਹੀ ਮਿਲਦੇ ਨੇ। ਬੱਚਿਆਂ ਵਰਗਾ ਸੁਭਾਅ, ਜੈਸੇ ਬੱਚੇ ਆਪਸ 'ਚ ਲੜਦੇ ਝਗੜਦੇ ਨੇ ਥੋੜਾ ਸਮਾਂ ਪਹਿਲਾਂ, ਥੋੜਾ ਸਮਾਂ ਬਾਅਦ ਉਹ ਫਿਰ ਆਪਸ ਦੇ ਅੰਦਰ ਖਾ ਪੀ ਰਹੇ ਹੁੰਦੇ ਨੇ, ਆਪਸ ਦੇ ਅੰਦਰ ਹੱਸ ਖੇਡ ਰਹੇ ਹੁੰਦੇ ਨੇ। ਕੁਝ ਬੰਦੇ ਵੀ ਐਸੇ ਹੁੰਦੇ ਨੇ, ਤੁਸੀਂ ਅੱਜ ਕੁਝ ਉਹਨਾਂ ਨੂੰ ਕਹਿ ਦਿੱਤਾ, ਉਹਨਾਂ ਦੇ ਖਿਲਾਫ ਕੁਝ ਬੁਰਾ ਕਰ ਦਿੱਤਾ, ਮਾੜਾ ਕਰ ਦਿੱਤਾ, ਠੀਕ ਹੈ, ਥੋੜਾ ਸਮਾਂ ਤਾਂ ਦੇਖੋ ਬੰਦੇ ਨੂੰ ਤਕਲੀਫ ਹੁੰਦੀ ਹੈ। ਆਪਾਂ ਸਾਰੇ ਇਨਸਾਨ ਆ, ਰੱਬ ਤੇ ਹੈ ਨਹੀਂ ਵੀ ਕੋਈ ਤੁਹਾਡਾ ਮਾੜਾ ਕਰਦਾ, ਕੋਈ ਤੁਹਾਡਾ ਨੁਕਸਾਨ ਕਰਦਾ, ਤੁਹਾਡਾ ਬੁਰੇ ਲਈ ਸੋਚਦਾ, ਤੁਹਾਡੇ ਖਿਲਾਫ ਸਾਜ਼ਿਸ਼ ਰਚਦਾ ਹੈ, ਤਾਂ ਤੁਹਾਨੂੰ ਥੋੜਾ ਦਰਦ ਹੁੰਦਾ ਹੈ। ਪਰ ਗੁਰਮੁਖ ਪਿਆਰਿਓ, ਕੁਝ ਐਸੇ ਲੋਕ ਹੁੰਦੇ ਨੇ ਜੋ ਭੁੱਲ ਜਾਂਦੇ ਨੇ, ਪਰ ਕੁਝ ਐਸੇ ਲੋਕ ਹੁੰਦੇ ਨੇ ਜਿਹੜੇ ਛੋਟੀ ਤੋਂ ਛੋਟੀ ਚੀਜ਼ ਵੀ ਯਾਦ ਰੱਖਦੇ ਨੇ। ਉਹ ਜ਼ਹਿਰ ਸੰਭਾਲਦੇ ਨੇ
ਥੋੜਾ ਥੋੜਾ ਇਕੱਠਾ ਕਰਦੇ ਰਹਿੰਦਾ ਹੈ। ਹੁਣ ਜਦੋਂ ਜ਼ਹਿਰ ਬਹੁਤ ਵੱਧ ਜਾਂਦਾ ਹੈ ਫਿਰ ਵਿਸਫੋਟ ਹੁੰਦਾ ਹੈ, ਫਿਰ ਉਹ ਬੰਦੇ ਦਾ ਬਹੁਤ ਵੱਡਾ ਨੁਕਸਾਨ ਕਰ ਦਿੰਦੇ ਨੇ, ਬਹੁਤ ਤਗੜਾ ਨੁਕਸਾਨ ਕਰ ਦਿੰਦੇ ਨੇ, ਕਿਉਂਕਿ ਉਹ ਪਹਿਲੀਆਂ ਸਾਰੀਆਂ ਚੀਜ਼ਾਂ ਸੰਭਾਲੀ ਹੁੰਦੇ ਨੇ ਹੌਲੀ ਹੌਲੀ। ਪਰ ਇਹਦੇ ਨਾਲ ਦੇਖੋ ਸੱਪ ਜ਼ਹਿਰ ਸੰਭਾਲਦਾ ਹੈ ਤੇ ਉਹਦੇ ਸੱਪ ਆਪ ਵੀ ਸੜਦਾ ਹੈ ਨਾ। ਭਗਤ ਰਵਿਦਾਸ ਜੀ ਕਹਿੰਦੇ ਕਿ ਜਦੋਂ ਸੱਪ ਦੁਖੀ ਹੋ ਜਾਂਦਾ ਆਪਣੇ ਜ਼ਹਿਰ ਤੋਂ, ਚੰਦਨ ਦੀ ਭਾਲ ਕਰਦਾ ਹੈ ਵੀ ਕਿਤੋਂ ਥੋੜੀ ਠੰਡਕ ਮਿਲ ਜਾਏ, ਕਿਉਂਕਿ ਉਹਦਾ ਆਪਣਾ ਜ਼ਹਿਰ ਹੀ ਉਹਨੂੰ ਸਾੜਨਾ ਸ਼ੁਰੂ ਕਰ ਦਿੰਦਾ। ਆਪਾਂ ਜ਼ਹਿਰ ਇਕੱਠਾ ਕਰਾਂਗੇ ਤੇ ਉਹ ਕੈਂਸਰ ਬਣ ਜਾਏਗਾ, ਬਣਨਾ ਹੀ ਹੈ। ਇਸ ਲਈ ਚੰਗਾ ਕੀ ਹੈ? ਜ਼ਿੰਦਗੀ ਹੈ, ਇਹਦੇ ਚ ਬੁਰੇ ਲੋਕ ਵੀ ਮਿਲਣਗੇ, ਚੰਗੇ ਵੀ ਮਿਲਣਗੇ। ਜੀਵਨ ਹੈ, ਇਹਦੇ ਸਵੇਰ ਤੋਂ ਸ਼ਾਮ ਤੱਕ ਤੁਹਾਨੂੰ ਬਹੁਤ ਸਾਰੇ ਲੋਕਾਂ ਨਾਲ ਡੀਲ ਕਰਨਾ ਪੈਣਾ ਹੈ। ਕੁਰਖਤ ਲੋਕ ਵੀ ਮਿਲਣਗੇ ਤੇ ਬੜੇ ਕੋਮਲ ਲੋਕ ਵੀ ਮਿਲਣਗੇ, ਬੜੇ ਚੰਗੇ ਸੁਭਾਅ ਵਾਲੇ ਲੋਕ ਵੀ ਮਿਲਣਗੇ, ਬੜੇ ਮਾੜੇ ਸੁਭਾਅ ਵਾਲੇ ਲੋਕ ਵੀ ਮਿਲਣਗੇ। ਚੰਗਿਆਂ ਨੂੰ ਸੰਭਾਲੀ ਜਾਓ, ਮਾੜਿਆਂ ਨੂੰ ਭੁਲਾਈ ਜਾਓ। ਪਰ ਸਾਡੇ ਉਲਟਾ ਹੈ, ਜਿਹਨੇ ਭਲਾ ਕੀਤਾ ਸੀ ਦੂਜੇ ਦਿਨ ਹੀ ਭੁਲਾ ਦਿੰਦੇ ਉਹਨੂੰ, ਜਿਹਨੇ ਬੁਰਾ ਕੀਤਾ ਉਹਨੂੰ ਨਹੀਂ ਭੁਲਾਉਂਦੇ। ਜਿਹਨੇ ਸਾਡਾ ਭਲਾ ਕੀਤਾ ਅਗਲੇ ਦਿਨ ਹੀ ਭੁਲਾ ਦਿੰਦੇ ਉਹਨੂੰ, ਛੱਡੋ ਇਹ ਕੌਣ ਹੈ। ਪਰ ਹੋਣਾ ਉਲਟੇ ਚਾਹੀਦਾ ਗੁਰਮੁਖੋ, ਜਿਹਨੇ ਤੁਹਾਡਾ ਸਵਾਰਿਆ, ਜਿਹਨੇ ਤੁਹਾਡਾ ਭਲਾ ਕੀਤਾ ਉਹਨੂੰ ਸੰਭਾਲੋ, ਉਹਨੂੰ ਯਾਦ ਰੱਖੋ। ਪਰ ਜਿਹਨੇ ਬੁਰਾ ਕੀਤਾ ਹੈ ਭੁੱਲ ਜਾਓ। ਜੈਸੇ ਸੁਪਨਾ ਆਇਆ ਤੇ ਬਹੁਤ ਡਰਾਵਣਾ ਸੁਪਨਾ ਸੀ, ਅੱਖਾਂ ਖੁੱਲੀਆਂ, ਥੋੜੇ ਸਮੇਂ ਲਈ ਸੋਚਿਆ, ਉਸ ਤੋਂ ਬਾਅਦ ਛੱਡ ਦਿੱਤਾ, ਛੱਡੋ, ਸੁਪਨਾ ਸੀ। ਇਸੇ ਤਰ੍ਹਾਂ ਸਤਿਗੁਰ ਕਹਿੰਦੇ ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਇ ਭਾਈ। ਜਦੋਂ ਤੋਂ ਮੈਂ ਗੁਰੂ ਦਾ ਸੰਗ ਪ੍ਰਾਪਤ ਕਰ ਲਿਆ, ਹੁਣ ਮੈਂ ਭੁਲਾ ਚੁੱਕਾ ਹਾਂ ਕਿੰਨੇ ਮੇਰਾ ਮਾੜਾ ਕੀਤਾ ਹੈ, ਕਿੰਨੇ ਮੇਰਾ ਬੁਰਾ ਕੀਤਾ ਹੈ, ਮੈਂ ਭੁੱਲ ਚੁੱਕਾ। ਕੋਈ ਵੈਰੀ ਹੈ ਨਹੀਂ ਹੈ ਮੇਰਾ, ਕੋਈ ਬੇਗਾਨਾ ਨਹੀਂ ਰਹਿ ਗਿਆ, ਨਾ ਕੋ बैरी ना ही बेगाना, सगल संग हमको बन आई। तो याददाश्त दा कमजोर होना चंगी गल है, भुल जाना चंगी गल है, पर भुलना है आपां माड़े वक्त नूं, माड़ियां घटनावां नूं, दुख दे पलां नूं, उन्हां नूं वार वार याद नहीं करना। अगर याद करोगे तो सब तो पहला काम करनगे ਤੁਹਾਡਾ ਵਿਕਾਸ ਖੋ ਲੈਣਗੇ, ਤੁਹਾਡਾ ਸੁੱਖ ਖੋ ਲੈਣਗੇ, ਤੁਹਾਡੇ ਅੰਦਰ ਦੀ ਸ਼ਾਂਤੀ ਖੋ ਲੈਣਗੇ, ਤੁਹਾਡੇ ਮਨ ਦਾ ਟਿਕਾਓ ਖੋ ਲੈਣਗੇ, ਤੁਹਾਡੀ ਭੁੱਖ, ਤੁਹਾਡੀ ਪਿਆਸ, ਤੁਹਾਡੀ ਨੀਂਦ, ਤੁਹਾਡਾ ਚੈਨ, ਸਭ ਕੁਝ ਖੋ ਲੈਣਗੇ। ਤੁਸੀਂ ਵੈਰੀ ਨੂੰ ਯਾਦ ਕਰਕੇ ਦੇਖ ਲਓ, ਜਿਹਨੂੰ ਤੁਸੀਂ ਆਪਣਾ ਵੈਰੀ ਮੰਨਦੇ ਹੋ। ਤੁਸੀਂ ਆਰਾਮ ਨਾਲ ਬੈਠੇ ਹੋ, ਅਚਾਨਕ ਕਿਸੇ ਬੰਦੇ ਨੇ ਆ ਕੇ ਉਸ ਬੰਦੇ ਦੀ ਗੱਲ ਕਰ ਦਿੱਤੀ ਨਾ, ਜਿਹੜੇ ਬੰਦੇ ਨਾਲ ਤੁਹਾਡੀ ਬਣਦੀ ਨਹੀਂ, ਤਾਂ ਕੀ ਹਾਲ ਬਣੇਗਾ? ਸ਼ਾਂਤ ਬੈਠੇ ਹੋਏ ਸੀ, ਉਸਨੇ ਬਸ ਉਸਦਾ ਨਾਮ ਹੀ ਲਿਆ, ਤੁਸੀਂ ਚਿੜ ਗਏ ਇੱਕਦਮ, ਉਸ ਬੰਦੇ ਦਾ ਮੇਰੇ ਅੱਗੇ ਨਾਮ ਨਹੀਂ ਲੈਣਾ। ਉਸਨੇ ਨਾਮ ਹੀ ਲਿਆ ਬਸ, ਇਹਨੇ ਨਾਲ ਹੀ ਤੁਹਾਨੂੰ ਇੱਕੋ ਦਮ ਅੰਦਰ ਜੈਸੇ ਅੱਗ ਲੱਗ ਜਾਂਦੀ ਬੰਦੇ ਨੂੰ, ਉਹ ਬੰਦੇ ਦਾ ਨਾਂ ਨਹੀਂ ਲੈਣਾ ਮੇਰੇ ਕੋਲ, ਅਜੇ ਉਸਨੇ ਨਾਮ ਹੀ ਲਿਆ ਬਸ। ਇਹ ਹੈ ਇਸੇ ਤਰ੍ਹਾਂ, ਇਹ ਤੇ ਮੈਂ ਇੱਕ ਛੋਟੀ ਜਿਹੀ ਉਦਾਹਰਨ ਲੈ ਲਈ ਹੈ। ਇਸ ਤੋਂ ਇਲਾਵਾ ਹੋਰ ਬਹੁਤ ਕੁਝ ਐਸਾ ਹੈ ਜੋ ਕੂੜ ਕਬਾੜ ਅਸੀਂ ਸੰਭਾਲਿਆ ਹੋਇਆ ਹੈ, ਔਰ ਸਮੇਂ ਸਮੇਂ ਨਾਲ ਉਹ ਸਾਡੇ ਅੰਦਰ ਹੀ ਪ੍ਰਗਟ ਹੁੰਦਾ ਰਹਿੰਦਾ ਹੈ, ਯਾਦ ਆਉਂਦਾ ਰਹਿੰਦਾ ਹੈ। ਘਰ ਦੇ ਅੰਦਰ ਵੀ ਆਪਾਂ ਗੱਲ ਕਰਦੇ ਹਾਂ, ਬਹੁਤ ਪਿਆਰੇ ਰਿਸ਼ਤੇ, ਉਹਨਾਂ ਰਿਸ਼ਤਿਆਂ 'ਚ ਕਦੀ ਕਦੀ ਖਟਾਸ ਪੈਦਾ ਹੋ ਜਾਂਦੀ ਹੈ, ਔਰ ਫਿਰ ਕਦੀ ਕਦੀ ਉਹਨਾਂ 'ਚ ਮਿੱਠਾਪਨ ਆ ਜਾਂਦਾ ਹੈ। ਪਰ ਸਾਡੀ ਤਕਲੀਫ ਕੀ ਹੈ? ਅਸੀਂ ਖਟਾਸ ਭਰੇ ਪਲ ਯਾਦ ਰੱਖਦੇ ਹਾਂ, ਉਹ ਪਲ ਭੁੱਲ ਜਾਂਦੇ ਹਾਂ ਜੋ ਮਿੱਠੇ ਸੀਗੇ, ਰਿਸ਼ਤੇ ਨੂੰ ਜੋੜਨ ਵਾਲੇ ਸੀਗੇ, ਰਿਸ਼ਤੇ 'ਚ ਰਸ ਆਨੰਦ ਖੇੜਾ ਭਰਨ ਵਾਲੇ ਸੀਗੇ। ਉਹਨਾਂ ਪਲਾਂ ਨੂੰ ਭੁੱਲ ਜਾਂਦੇ ਆ, ਉਹਨਾਂ ਨੂੰ ਯਾਦ ਰੱਖਦੇ ਆ ਜਿਹੜੇ ਤੋੜਦੇ ਨੇ। ਇਹ ਮਨੁੱਖੀ ਸੁਭਾਅ ਹੈ, ਪਰ ਇਹਨੂੰ ਬਦਲਿਆ ਜਾ ਸਕਦਾ ਹੈ।
ਗੁਰੂ ਦੀ ਟੇਕ, ਗੁਰੂ ਦਾ ਆਸਰਾ ਲੈ ਕੇ ਬਦਲਿਆ ਜਾ ਸਕਦਾ ਹੈ, ਤਬਦੀਲੀ ਆ ਸਕਦੀ ਹੈ। ਤੋ ਜੇਕਰ ਤੁਸੀਂ ਵਿਕਾਸ ਵਿੱਚ ਰਹਿਣਾ ਚਾਹੁੰਦੇ ਹੋ, ਅਤੀਤ ਨੂੰ ਛੱਡ ਦਿਓ, ਅਤੀਤ ਨੂੰ ਛੱਡ ਦਿਓ, ਕਿਉਂਕਿ ਅਤੀਤ ਦੇ ਅੰਦਰ ਕੁਝ ਨਹੀਂ ਜੋ ਤੁਸੀਂ ਬਦਲ ਸਕਦੇ ਹੋ। ਬਜ਼ੁਰਗ ਸੱਜਣ, ਵਿਚਾਰਵਾਨ ਸੱਜਣ, ਦਾਨਸਮੰਦ ਲੋਕਾਂ ਦਾ ਕਥਨ ਹੈ ਕਿ ਤੁਸੀਂ ਪਾਸਟ ਨੂੰ, ਅਤੀਤ ਨੂੰ, ਭੂਤਕਾਲ ਨੂੰ ਭੁੱਲ ਜਾਓ, ਨਾ ਯਾਦ ਕਰੋ, ਅੱਜ ਨੂੰ ਜੀਓ। ਔਰ ਜੇਕਰ ਤੁਸੀਂ ਪਕੜ ਕੇ ਲੈ ਕੇ ਆ ਰਹੇ ਹੋ ਉਹਨੂੰ, ਉਹ ਤੁਹਾਨੂੰ ਅੱਜ ਮੰਨਣ ਨਹੀਂ ਦੇਗਾ। ਭੂਤਕਾਲ ਕਦੀ ਵੀ ਅੱਜ 'ਚ ਨਹੀਂ ਜਿਉਣ ਦੇਗਾ, ਤੁਹਾਨੂੰ ਦੁਖੀ ਰੱਖੇਗਾ। ਦੇਖੋ, ਪ੍ਰਮਾਤਮਾ ਨਾ ਕਰੇ ਤੁਹਾਡੇ ਮੋਢਿਆਂ ਤੇ ਕੋਈ ਲਾਸ਼ ਹੈ, ਕਿੰਨਾ ਕੁ ਸਮਾਂ ਖਿੱਚੋਗੇ ਉਸ? ਭੂਤਕਾਲ ਲਾਸ਼ ਦੀ ਤਰ੍ਹਾਂ ਹੈ ਜੋ ਤੁਹਾਡੇ ਮੋਢਿਆਂ ਤੇ ਹੈ, ਗਲ ਰਹੀ ਹੈ, ਸੜ ਰਹੀ ਹੈ, ਪਰ ਆਪਾਂ ਫਿਰ ਵੀ ਚੁੱਕੀ ਫਿਰਦੇ ਹਾਂ। ਇਸ ਤੋਂ ਚੰਗਾ ਹੈ ਕਿ ਉਹਨੂੰ ਦਫਨਾ ਦਿਓ, ਜਲਾ ਦਿਓ। ਔਰ ਖਾਸ ਕਰਕੇ ਮੈਂ ਫਿਰ ਦੁਬਾਰਾ ਬੇਨਤੀ ਕਰਦਿਆਂ, ਭੂਤਕਾਲ ਦੇ ਅੰਦਰ ਜੋ ਮਾੜੀਆਂ ਘਟਨਾਵਾਂ ਤੁਹਾਡੇ ਨਾਲ ਵਾਪਰੀਆਂ ਨੇ, ਜਿਨ੍ਹਾਂ ਨੇ ਤੁਹਾਨੂੰ ਬਹੁਤ ਦੁਖੀ ਕੀਤਾ ਹੈ, ਉਹਨਾਂ ਨੂੰ ਯਾਦ ਨਾ ਕਰੋ, ਭੁੱਲ ਜਾਓ। ਅਗਰ ਭੁੱਲ ਗਏ ਤੁਸੀਂ ਤੇ ਅੱਜ 'ਚ ਸੁੱਖ ਹੈ, ਚੈਨ ਹੈ, ਆਨੰਦ ਹੈ, ਖੇੜਾ ਹੈ। ਅਗਰ ਨਹੀਂ ਭੁੱਲੇ ਤੇ ਉਹ ਅੱਜ ਨੂੰ ਵੀ ਦੁਸ਼ਵਾਰ ਬਣਾ ਦੇਣਗੇ, ਅੱਜ ਨੂੰ ਵੀ ਪੀੜਾ ਨਾਲ ਭਰ ਦੇਣਗੇ। ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੈਂ ਪਾਈ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਣ ਆਈ। ਉਹ ਲੋਕ ਬਹੁਤ ਦੁਖੀ ਰਹਿੰਦੇ ਨੇ ਜਿਹੜੇ ਯਾਦ ਸ਼ਕਤੀ ਕਰਕੇ ਬੜੇ ਜ਼ਿਆਦਾ, ਜਿਨ੍ਹਾਂ ਦੀ ਯਾਦ ਸ਼ਕਤੀ ਬਹੁਤ ਜ਼ਿਆਦਾ ਹੁੰਦੀ ਹੈ, ਉਹਨਾਂ ਨੂੰ ਚੈਨ ਨਹੀਂ ਮਿਲਦਾ, ਉਹ ਕੁਝ ਵੀ ਭੁੱਲਦਾ ਹੀ ਨਹੀਂ, ਹਮੇਸ਼ਾ ਯਾਦ ਰੱਖਦੇ ਨੇ। ਤੁਸੀਂ ਕਈ ਸੱਜਣਾਂ ਨੂੰ ਸੁਣਿਆ ਹੋਣਾ, ਉਹ ਕਹਿੰਦਾ ਵੀ 10 ਸਾਲ ਹੋ ਗਏ ਨੇ ਇਸ ਬੰਦੇ ਨੇ ਮੇਰੇ ਨਾਲ ਆਹ ਕੰਮ ਕੀਤਾ ਸੀ, ਅੱਜ ਵੀ ਯਾਦ ਹੈ ਮੈਨੂੰ, ਅੱਜ ਵੀ ਮੇਰੇ ਸੀਨੇ ਦੇ ਅੰਦਰ ਉਹ ਦਰਦ ਹੈ। 10 ਸਾਲ ਹੋ ਗਏ ਨੇ, ਅੱਜ ਵੀ ਉਸ ਦਰਦ ਨੂੰ ਚੱਕੀ ਫਿਰਦਾ ਹੈ, ਅੱਜ ਵੀ ਉਸ ਪੀੜਾ ਨੂੰ ਚੁੱਕੀ ਫਿਰਦਾ ਹੈ। ਇਹ ਬਿਲਕੁਲ ਵੈਸੇ ਹੀ ਹੈ ਜੈਸੇ ਤੁਹਾਡਾ ਜ਼ਖਮ ਠੀਕ ਹੋਣ ਲੱਗਦਾ, ਤੁਸੀਂ ਉਹਨੂੰ ਕੁਰੇਦ ਦਿੰਦੇ ਹੋ ਦੁਬਾਰਾ, ਉਹ ਫਿਰ ਅੱਲਾ ਹੋ ਜਾਂਦਾ ਹੈ। ਉਹ ਫਿਰ ਠੀਕ ਹੋਣ ਲੱਗਦਾ, ਫਿਰ ਕੁਰੇਦ ਦਿੰਦੇ ਹੋ, ਫਿਰ ਅੱਲਾ ਹੋ ਜਾਂਦਾ ਹੈ। ਇਸੇ ਤਰ੍ਹਾਂ ਤੁਹਾਡੇ ਅੰਦਰ ਦੇ ਜ਼ਖਮ ਬਚ ਸਕਦੇ ਨੇ ਜੇਕਰ ਤੁਸੀਂ ਇਹ ਗੱਲ ਛੱਡ ਦਿਓ, ਮੈਨੂੰ 10 ਸਾਲ ਪਹਿਲਾਂ ਦੀ ਯਾਦ ਹੈ, ਉਸ ਬੰਦੇ ਨੇ ਮੈਨੂੰ ਕੀ ਕਿਹਾ ਸੀ। ਉਹ ਬੰਦੇ ਸੁਖੀ ਨੇ ਜਿਹੜੇ ਭੁੱਲ ਗਏ। ਅੱਜ ਕਿਸੇ ਨੇ ਕੀਤਾ ਮਾੜਾ, ਉਹ ਕੱਲ ਹੀ ਭੁੱਲ ਜਾਂਦੇ ਨੇ, ਚਲੋ ਠੀਕ ਹੈ ਜੀ, ਹੋ ਗਿਆ ਹੋ ਗਿਆ। ਮਹਾਤਮਾ ਬੁੱਧ ਦੇ ਇੱਕ ਦਿਨ ਤੁਹਾਡੇ ਨਾਲ ਮੈਂ ਬਚਨ ਸਾਂਝੇ ਕੀਤੇ ਸੀ। ਕੋਈ ਬੰਦਾ ਉਹਨਾਂ ਦੇ ਚਿਹਰੇ ਤੇ ਥੁੱਕ ਕੇ ਚਲੇ ਜਾਂਦਾ ਹੈ, ਬੈਠੇ ਹੁੰਦੇ ਨੇ, ਉਹਨਾਂ ਦੇ ਚੇਲੇ ਨੂੰ ਬੜਾ ਦੁੱਖ ਲੱਗਦਾ ਹੈ। ਉਹਨਾਂ ਦਾ ਚਚੇਰਾ ਭਰਾ ਆਨੰਦ, ਉਹ ਕਹਿੰਦਾ ਮੈਂ ਤੁਹਾਡੇ ਨਾਲ ਨਹੀਂ ਰਹਿਣਾ। ਕਿਸ ਕਾਰਨ ਨਹੀਂ ਰਹਿਣਾ ਪੁੱਛਿਆ ਮਹਾਤਮਾ। ਕਹਿੰਦੇ ਕੋਈ ਬੰਦਾ ਤੁਹਾਡੇ ਚਿਹਰੇ ਤੇ ਥੁੱਕ ਕੇ ਚਲਾ ਜਾਂਦਾ, ਤੁਸੀਂ ਜਵਾਬ ਵੀ ਨਹੀਂ ਦਿੱਤਾ ਉਹਨੂੰ। ਬਈ ਥੋੜਾ ਲੰਮਾ ਹੋ ਜਾਏਗਾ ਜੇਕਰ ਇਸ ਘਟਨਾ ਨੂੰ ਮੈਂ ਸਾਰੀ ਸੁਣਾਇਆ ਤੁਹਾਨੂੰ। ਮਹਾਤਮਾ ਬੁੱਧ ਚੁੱਪ ਹੋ ਗਏ। ਅਗਲਾ ਦਿਨ ਚੜ੍ਹਿਆ ਹੈ, ਉਹ ਬੰਦਾ ਜਿਹੜਾ ਥੁੱਕ ਕੇ ਗਿਆ ਸੀ ਵਾਪਸ ਆਇਆ, ਆ ਕੇ ਮਹਾਤਮਾ ਬੁੱਧ ਦੇ ਪੈਰਾਂ 'ਚ ਡਿੱਗ ਪੈਂਦਾ। ਕਹਿੰਦਾ ਜੀ ਮੇਰੇ ਤੋਂ ਕੱਲ ਬਹੁਤ ਵੱਡੀ ਭੁੱਲ ਹੋ ਗਈ ਹੈ, ਗਲਤੀ ਹੋ ਗਈ ਹੈ ਮੇਰੇ ਤੋਂ ਕਿ ਮੈਂ ਕੱਲ ਆਹ ਕੰਮ ਕਰਕੇ ਗਿਆ ਹਾਂ। ਮੈਂ ਦੁਖੀ ਸੀ, ਬੜਾ ਪਰੇਸ਼ਾਨ ਸੀ, ਲੜ ਕੇ ਝਗੜ ਕੇ ਆਇਆ ਸੀ, ਵਗੈਰਾ ਵਗੈਰਾ ਜੋ ਵੀ ਹੋਇਆ ਉਹਦੇ ਨਾਲ। ਤਾਂ ਮਹਾਤਮਾ ਕਹਿਣ ਲੱਗੇ ਤੂੰ ਕੌਣ ਹੈ? ਕਹਿੰਦਾ ਜੀ ਮੈਂ ਕੱਲ ਵਾਲਾ ਹਾਂ। ਤਾਂ ਮਹਾਤਮਾ ਕਹਿਣ ਲੱਗੇ ਵੀ ਨਾ ਕੱਲ ਰਿਹਾ, ਨਾ ਤੂੰ ਕੱਲ ਵਾਲਾ ਰਿਹਾ, ਤੇ ਨਾ ਮੈਂ ਹੀ ਕੱਲ ਵਾਲਾ ਰਿਹਾ ਹਾਂ।
तो जो कल गया गया, छੱਡ उस। तो जो कल गया सो गया, जो तुसी कल सी अज नहीं। महात्मा कहने लगे जो तू कल सी अज नहीं, जेकर कल वाला हुंदा ना तू, ते अज तू मुआफी मंगन ना हुंदा। तू कल वाला नहीं रहा, तू नवा हो गया है, इसे करके मुआफी मंगन आया है। ते जिंदे तो तू मुआफी मंगदा वो भी कल वाला नहीं हैगा, वो भी जा चुका है कल। तो इससे करके ना गुनाह करने वाला रहा, ना जिस ते गुनाह किया गया वो रहा, गुनाह करने वाला भी बदल गया, जिस जो गल हुई वो भी बदल गया। तो फिर चिंता का दी, मुआफी का दी जा। तो गुरसिख प्यारिओ, कल नूं छड्डो, अज चाओ, कल नूं भुला दिओ।